शरण तुम्हारी आयो। नानक के प्रभ सात सो कहो टल गुर सेविय। अहनस सहज सुपाए दर्शन परसय गुरु कै। जन्म मरण दुख जाए दर्शन परसय गुरु कै। जन्म मरण दुख जाए। सतनाम श्री वाहिगुरु साहिब जीओ। जैत श्री महला पंजवां। छंत घर पहिला। एक ओंकार सतगुर प्रसाद। श्लोक दर्शन प्यासी दिन सरात। चितवो अण दिन नीत। खोल कपट गुर मेलिया। नानक हर संग मीत। दर्शन प्यासी दिन सरात। चितवो अण दिन मीत। खोल कपट गुर मेलिया। नानक हर संग मीत। छंत सुन यार हमारे सज्जन। एक करो बेनंतिया। तिस मोहन लाल प्यारे हों फिरो कुजंतिया। तिस दास प्यारे सिर धरी उतारे। एक भोरी दर्शन दीजै। नैन हमारे प्रै रंग रंगारे। एक तिल पीना तीरीजै। प्रभ स्यों मन लीना ज्यों जल मीना। चात्रिक जिवै तसंतिया। जन नानक गुर पूरा पाया। सगली तिखा बुझंतिया। यार वे प्रे हब्बे सखियाँ मूँह कही न जहिया। यार वे हिक डूँ हिक चाड़े हों किस चितेहिया। हिक दूँ हिक चाड़े अनेक प्रकारे। नित करदे भोग बिलासा। तिना देख मन चाओ उठंदा। हुण कद पाई गुण तासा। जिन्नी मैडा लाल रिजाया। हों तिस आगे मन डहिया। नानक कहे सुन बिनो सुहागण। मूँ दस डिखा पिर कहिया। यार वे फिर अपना भाणा किछ निसी संछंदा। यार वे तेरा व्या लालण मूँ दस दसंदा। लालण ते पाया आप गवाया। जै तन भाग मथाने। बाँ पकड़ ठाकुर हों किथी। गुण अवगुण ना पछाणे। गुण हार तै पाया रंग लाल बनाया। तिस हब्बो किछ सुहंदा। जन नानक धन सुहागन साई। जिस संग पतार वसंदा। यार वे नित सुख सुखेदी सा मैं पाई। वर लोड़ी दा आया वजी वदाई। महामंगल रसतिया पिर दयाल साधना वरंगिया। वडभाग पाया गुर मिलाया। साध कै सतसंगिया। आसा मनसा सगल पूरी। प्रै अंक अंक मिलाई। बिनवंत नानक सुख सुगेदी। सा मैं गुर मिल पाई। आसा मनसा सगल पूरी। प्रै अंक अंक मिलाई। बिनवंत नानक सुख सुखेदी। सा मैं गुर मिल पाई। वाहिगुरु जी का खालसा वाहिगुरु जी की फतेह। गुरुद्वारा खड़े दा खालसा। खो कविराज भाई धन्ना सिंह जी दे पावन पवित्र स्थान। हाजरा हजूर सर्व कला भरपूर सतगुरु धन धन श्री गुरु ग्रंथ साहिब जी महाराज तिन्हां दी हजूरी दे विच सज बैठे गुरु रूप गुरु प्यारी खालसा साध संगत जीओ। आओ कथा विचारा शुरू करन तो पहला
ਦਸਮੇਸ਼ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਰਲ ਮਿਲ ਕੇ ਪਾਈਏ ਜੀ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਗਦਵੀਂ ਆਵਾਜ਼ ਦੇ ਵਿੱਚ ਸਭ ਮਿਲ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਹੁਕਮ ਦੀ ਜੋ ਰੋਜ਼ਾਨਾ ਦੀ ਪ੍ਰਤਾ ਕਥਾ ਵਿਚਾਰਾਂ ਹੋ ਰਹੀਆਂ ਨੇ, ਅੱਜ ਪਾਤਸ਼ਾਹ ਜੀ ਤੁੱਠੇ ਨੇ ਕਿਰਪਾ ਕੀਤੀ ਹੈ, ਦਾਸ ਨੂੰ ਵੀ ਜੋੜੇ ਝਾੜਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਜੋ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਰਹਿਮਤ ਕਰਕੇ ਤੁੱਠੇ ਹੋ ਕੇ ਪਾਤਸ਼ਾਹ ਜੀ ਨੇ ਜੋ ਅੱਜ ਅੰਮ੍ਰਿਤ ਵੇਲੇ ਹੁਕਮ ਲਾਇਆ ਹੈ, ਜੋ ਪਾਤਸ਼ਾਹ ਜੀ ਦੀ ਭੀੜ ਤੋਂ ਹੁਕਮਨਾਮਾ ਪਾਤਸ਼ਾਹ ਜੀ ਨੇ ਬਖਸ਼ਿਆ ਹੈ, ਤਿੰਨਾਂ ਦੀ ਕਥਾ ਵਿਚਾਰਾਂ ਦੇ ਨਾਲ ਆਪਾਂ ਸਾਰਿਆਂ ਨੇ ਜੁੜਨਾ ਹੈ। ਆਓ ਪਾਤਸ਼ਾਹ ਕਿਰਪਾ ਕਰਨ, ਮਿਹਰ ਕਰਨ, ਆਪਣਾ ਕਾਜ ਆਪ ਕਰਾ ਲੈਣ, ਪਾਤਸ਼ਾਹ ਜੀ ਤੁੱਠੇ ਹੋਣ। ਆਓ ਸਾਰੇ ਮਿਲ ਕੇ ਕਥਾ ਵਿਚਾਰਾਂ ਦੇ ਨਾਲ ਜੁੜੀਏ ਜੀ। ਜੈਤ ਸ੍ਰੀ ਮਹੱਲਾ ਪੰਜਵਾਂ, ਛੰਤ ਕਰ ਪਹਿਲਾ। ਜੈਤ ਸ੍ਰੀ ਰਾਗ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਬਾਣੀ ਉਚਾਰਦੇ ਹਨ। ਛੰਦਾਬੰਦੀ ਬਾਣੀ ਹੈ। ਛੰਦਾਂ ਦੇ ਰੂਪ ਵਿੱਚ ਪਾਤਸ਼ਾਹ ਜੀ ਨੇ ਬਾਣੀ ਉਚਾਰੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਬਦ ਸ਼ੁਰੂ ਕਰਨ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਪਾਤਸ਼ਾਹ ਜੀ ਨੇ ਉਸ ਪਰਿਪੂਰਨ ਪਰਮਾਤਮਾ ਦੀ ਉਸਤਤ ਕੀਤੀ ਹੈ ਕਿ ਪ੍ਰਮਾਤਮਾ ਇੱਕ ਹੈ ਤੇ ਉਸ ਨੂੰ ਮਿਲਣ ਦਾ ਰਸਤਾ ਕੀ ਹੈ ਕਿ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਮਿਹਰ ਦੇ ਨਾਲ ਹੀ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ, ਪ੍ਰਮਾਤਮਾ ਦੇ ਨਾਲ ਮਿਲਾਪ ਹੋ ਸਕਦਾ ਹੈ। ਸ਼ਲੋਕ। ਹਾਂਜੀ। ਦਰਸ ਪਿਆਸੀ ਦਿਨ ਸਰਾਤ, ਚਿਤਵ ਅਣ ਦਿਨ ਨੀਤ, ਕੋਲ ਕਪਟ ਗੁਰ ਮੇਲਿਆ, ਨਾਨਕ ਹਾਰ ਸੰਗ ਮੀਤ। ਕਿ ਮੈਨੂੰ ਮੇਰੇ ਪਰਿਪੂਰਨ ਪਰਮਾਤਮਾ ਉਸ ਪ੍ਰੀਤਮ ਦੇ ਨਾਲ ਮੇਰੀ ਪ੍ਰੀਤ ਪੈ ਗਈ ਹੈ। ਮੈਨੂੰ ਉਸ ਦੇ ਦਰਸ਼ਨਾਂ ਦੀ ਤਾਂਘ, ਮੈਨੂੰ ਉਸ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵ ਅਣ ਦਿਨ ਨੀਤ। ਕਿ ਪਾਤਸ਼ਾਹ ਤੇਰੇ ਦਰਸ਼ਨਾਂ ਦੀ ਤਾਂਘ ਮੇਰੇ ਮਨ ਦੇ ਵਿੱਚ, ਜੇ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦੀ ਪਿਆਸ ਤੇਰੇ ਦਰਸ਼ਨਾਂ ਦੀ ਆ ਗਈ ਹੈ ਪਾਤਸ਼ਾਹ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਿ ਹੁਣ ਇੱਕ ਘੜੀ ਦੇ ਲਈ ਵੀ ਤੈਨੂੰ ਵਿਸਾਰਨਾ ਬਹੁਤ ਔਖਾ ਹੋ ਗਿਆ ਹੈ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਕਿ ਤੇਰੇ ਦਰਸ਼ਨਾਂ ਦੇ ਨਾਲ ਹੀ ਪਾਤਸ਼ਾਹ ਇਹ ਸਵਾਸ ਚੱਲਦੇ ਨੇ। ਮੈਂ ਆਤਮਿਕ ਤੌਰ ਤੇ ਤੇਰੇ ਦਰਸ਼ਨਾਂ ਦੇ ਨਾਲ ਹੀ ਜੀਣਾ ਪਾਤਸ਼ਾਹ। ਇੱਕ ਘੜੀ ਲਈ ਆਪਣੇ ਦਰਸ਼ਨ ਦਿਦਾਰੇ ਬਖਸ਼, ਤੇਰੇ ਦਰਸ਼ਨਾਂ ਦੀ ਪ੍ਰੀਤ, ਤੇਰੇ ਦਰਸ਼ਨਾਂ ਦੀ ਤਾਂਘ ਮਨ ਦੇ ਵਿੱਚ ਬਹੁਤ ਹੀ ਆ ਰਹੀ ਹੈ ਪਾਤਸ਼ਾਹ। ਕਿਰਪਾ ਕਰ, ਰਹਿਮਤਾਂ ਕਰ, ਰੋਜ਼ਾਂ ਦੇ ਪ੍ਰਤੀ ਪਾਤਸ਼ਾਹ ਤੇਰੇ ਦਰਸ਼ਨਾਂ ਦੀ ਤਾਂਘ ਆ ਰਹੀ ਹੈ। ਕਿਰਪਾ ਕਰ, ਰਹਿਮਤਾਂ ਕਰ, ਆਪਣੇ ਦਰਸ਼ਨ ਦਿਦਾਰੇ ਬਖਸ਼ ਪਾਤਸ਼ਾਹ ਮੇਰੇ ਨਾਲ ਵੀ, ਮੈਨੂੰ ਵੀ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼। ਛੰਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਸੁਣ ਯਾਰ ਹਮਾਰੇ ਸੱਜਣ। ਕਿ ਜੀਵ ਇਸਤਰੀ ਗੁਰੂ ਪਾਤਸ਼ਾਹ ਦੇ ਅੱਗੇ ਬੇਨਤੀ ਕਰ ਰਹੀ ਹੈ ਕਿ ਗੁਰੂ ਜੀ ਮੇਰੀ ਵੀ ਪੁਕਾਰ ਕਰੋ, ਮੈਨੂੰ ਮੇਰੇ ਪ੍ਰੀਤਮ ਦੇ ਨਾਲ, ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮੇਰਾ ਵੀ ਮਿਲਾਪ ਕਰਾ ਦੋ। ਤਿਸ ਮੋਹਣ ਲਾਲ ਪਿਆਰੇ, ਹੋਂ ਫਿਰੋ ਖੁਜੰਤੀਆ। ਕਿ ਉਸ ਪਰਮਾਤਮਾ ਪਰਿਪੂਰਨ ਪਰਮਾਤਮਾ ਨੂੰ ਮੈਂ ਦਰ ਦਰ ਤੇ ਪਾਤਸ਼ਾਹ ਉਸ ਨੂੰ ਲੱਭ ਰਹੀ ਹਾਂ। ਤਿਸ ਦਸ ਪਿਆਰੇ ਸਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਪਾਤਸ਼ਾਹ ਮੈਨੂੰ ਉਸ ਦਾ ਪਤਾ ਤਾਂ ਦੱਸ, ਮੈਨੂੰ ਉਸ ਬਾਰੇ ਦੱਸ ਪਾਤਸ਼ਾਹ। ਇੱਕ ਤਿਲ ਦੇ ਦਰਸ਼ਨ ਲਈ ਵੀ ਮੈਂ ਆਪਣਾ ਸੀਸ ਉਸ ਅੱਗੇ ਭੇਟ ਕਰ ਦਿਆਂਗੀ। ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧੀਰੀਜੈ। ਪਾਤਸ਼ਾਹ ਮੇਰੇ ਨੈਣ ਵੀ ਉਸ
परमात्मा उस प्रीतम दे रंग विच रंगे हुए ने पातशाह। दर्शनां दी तांग बहुत वध गई है पातशाह, कृपा कर रहमता कर, हुण तां रत्ता भी गुजारा नहीं हुंदा। प्रभ स्यों मन लीना ज्यों जल मीना, चातृक जिवै तसंतिया। पातशाह मेरा मन तां ਹੁਣ ਉਸ ਤਰ੍ਹਾਂ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਵਿੱਚ ਲੀਨ ਹੋ ਗਿਆ ਜਿਵੇਂ ਜਲ ਦੇ ਵਿੱਚ ਮਛਲੀ ਹੁੰਦੀ ਹੈ ਕਿ ਜਲ ਤੋਂ ਬਾਹਰ ਹੁਣ ਰੱਤਾ ਕੋ ਵੀ ਰਹਿ ਨਹੀਂ ਸਕਦੀ, ਤੜਫ ਤੜਫ ਜਿੰਦੜੀ ਮਰ ਜਾਏਗੀ। ਪਾਤਸ਼ਾਹ ਕਿਰਪਾ ਕਰ ਆਪਣੇ ਦਰਸ਼ਨ ਬਖਸ਼, ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮੇਰਾ ਮਿਲਾਪ ਕਰਵਾ ਦੇ ਜਿਵੇਂ ਬਬੀਹਾ ਜੋ ਮੀਂਹ ਦੀ ਬੂੰਦ ਨੂੰ ਤਰਸਦਾ ਹੈ, ਵਰਖਾ ਦੀ ਬੂੰਦ ਨੂੰ ਤਰਸਦਾ ਹੈ, ਮੇਰੀ ਵੀ ਹਾਲਤ ਉਸ ਵਰਗੀ ਹੋ ਗਈ ਹੈ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬਜੰਤੀਆ। ਸੰਤ ਦੀਆਂ ਅੰਤਲੀਆਂ ਪੰਕਤੀਆਂ ਦੇ ਵਿੱਚ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਜਦੋਂ ਉਸ ਪਰਿਪੂਰਨ ਪਰਮਾਤਮਾ ਦੇ ਦਰਸ਼ਨ ਦਿਦਾਰੇ ਹੋ ਗਏ, ਜਿਸ ਜੀਵ ਇਸਤਰੀ ਨੂੰ ਪਰਮਾਤਮਾ ਮਿਲ ਗਿਆ, ਜਿਸ ਨੂੰ ਆਪਣੇ ਚਰਨਾਂ ਦਾ ਉਸਨੇ ਓਟ ਆਸਰਾ ਬਖਸ਼ ਦਿੱਤਾ, ਉਸ ਦੀਆਂ ਸਾਰੀਆਂ ਚਿੰਤਾ, ਉਸ ਦੀ ਸਾਰੀ ਭੁੱਖ, ਉਸ ਦੀ ਸਾਰੀ ਤ੍ਰਿਸ਼ਨਾ ਲੈ ਜਾਂਦੀ ਹੈ। ਯਾਰ ਵੇ ਪ੍ਰੈ ਹਬੇ ਸਕੀਆਂ, ਮੂੰਹ ਕਹੀ ਨਾ ਜੇਹੀਆ। ਜੀਵ ਇਸਤਰੀ ਗੁਰੂ ਪਾਤਸ਼ਾਹ ਦੇ ਅੱਗੇ ਬੇਨਤੀ ਕਰਦੀ ਹੈ ਕਿ ਜੋ ਤੇਰੇ ਭਗਤ ਨੇ ਉਹ ਸਾਰੇ ਹੀ ਪਾਤਸ਼ਾਹ ਮੇਰੇ ਨਾਲ ਉੱਚੇ ਜੀਵਨ ਵਾਲੇ ਨੇ, ਉਹਨਾਂ ਦਾ ਆਤਮਿਕ ਜੀਵਨ ਬਹੁਤ ਉੱਚਾ, ਮੈਂ ਤਾਂ ਉਹਨਾਂ ਦੇ ਲਾਗੇ ਪਾਸੇ ਵੀ ਨਹੀਂ। ਯਾਰ ਵੇਖ ਡੂੰ ਹਿਕ ਝਾੜੈ, ਹੋਂ ਕਿਸ ਚਤੇ ਹੀਆ। ਪਾਤਸ਼ਾਹ ਉਹਨਾਂ ਦਾ ਜੀਵਨ ਤਾਂ ਇੱਕ ਨਾਲੋਂ ਇੱਕ ਉੱਚਾ ਹੈ। ਜਦੋਂ ਇਹ ਅਵਸਥਾ ਆ ਜਾਂਦੀ ਹੈ ਨਾ ਫਿਰ ਜੀਵ ਇਸਤਰੀ ਆਪਣੇ ਅੰਦਰ ਔਗਣਾਂ ਨੂੰ ਵੇਖਣਾ ਸ਼ੁਰੂ ਕਰ ਦਿੰਦੀ ਹੈ ਕਿ ਔਗਣ ਚਿਤਾਰਨੇ ਸ਼ੁਰੂ ਕਰ ਦਿੰਦੀ ਹੈ। ਸੰਤ ਰੂਹਾਂ ਹੀ ਦਰਸ਼ਨ ਦਿਦਾਰੇ ਹੁੰਦੇ ਨੇ। ਹੁਣ ਜਿਹੜੇ ਭਗਤ ਜੀਵ ਇਸਤਰੀ ਵੇਖਦੀ ਹੈ ਉਹ ਸਾਰੇ ਉੱਚੇ ਜੀਵਨ ਵਾਲੇ ਨੇ ਤੇ ਪਾਤਸ਼ਾਹ ਦੇ ਅੱਗੇ ਬੇਨਤੀ ਕਰਦੀ ਹੈ ਕਿ ਪਾਤਸ਼ਾਹ ਸਾਰੇ ਭਗਤ ਸਾਰੇ ਸੰਤ ਮਹਾਂਪੁਰਸ਼ ਚੜ੍ਹਦੇ ਤੋਂ ਚੜ੍ਹਦੇ ਹੀ ਪਾਤਸ਼ਾਹ ਆਤਮਿਕ ਜੀਵਨ ਬਹੁਤ ਉੱਚਾ ਹੈ, ਮੈਂ ਤਾਂ ਥੱਲੇ ਹੀ ਰਹਿ ਗਈ ਹਾਂ। ਪਾਤਸ਼ਾਹ ਮੈਨੂੰ ਵੀ ਮੇਰਾ ਜੀਵਨ ਬਖਸ਼, ਮੇਰਾ ਵੀ ਜੀਵਨ ਬਣਾ। ਹਿਕ ਦੂੰ ਹਿਕ ਝਾੜੇ ਅਣਕ ਪ੍ਰਕਾਰੇ, ਅਣਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ। ਪਾਤਸ਼ਾਹ ਜੋ ਪ੍ਰਭੂ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ, ਇੱਕ ਤੋਂ ਇੱਕ ਵੱਧ ਜੀਵਨ ਵਾਲੇ ਨੇ ਪਾਤਸ਼ਾਹ, ਉਹ ਤੇਰੇ ਰੰਗ ਦੇ ਵਿੱਚ, ਉਹ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ, ਪਰਮਾਤਮਾ ਦੇ ਰੰਗ ਰਸ ਮਾਣ ਰਹੇ ਹਨ। ਤਿਨਾ ਦੇਖ ਮਨ ਚਾਉ ਉਠਣ ਦਾ, ਹੋਂ ਕਦ ਪਾਈ ਗੁਣ ਤਾਸਾ। ਕਿ ਜਦ ਮੈਂ ਉਹਨਾਂ ਨੂੰ ਦੇਖਦੀ ਹਾਂ, ਜੀਵ ਇਸਤਰੀ ਆਖਰੀ ਹੈ, ਮੇਰੇ ਮਨ ਵਿੱਚ ਵੀ ਚਾਹ ਪੈਦਾ ਹੁੰਦਾ ਹੈ, ਮੇਰੇ ਮਨ ਵਿੱਚ ਵੀ ਪ੍ਰੇਮ ਆਉਂਦਾ ਹੈ, ਉਤਸ਼ਾਹ ਆਉਂਦਾ ਹੈ ਕਿ ਪਾਤਸ਼ਾਹ ਮੈਂ ਵੀ ਉਹਨਾਂ ਵਰਗੀ ਬਣ ਜਾਵਾਂ, ਮੈਨੂੰ ਕਦ ਤੂੰ ਦਰਸ਼ਨ ਦਿਦਾਰੇ ਬਖਸ਼ੇਗਾ। ਕਿ ਜਿਸ ਤਰ੍ਹਾਂ ਜਿਸ ਦਾ ਚਾਅ, ਜਿਸ ਦੀ ਲਗਨ ਜਿਸ ਵੱਲ ਹੋ ਜਾਂਦੀ ਹੈ, ਜੀਵ ਇਸਤਰੀ ਦੀ ਅਵਸਥਾ ਹੈ ਕਿ ਉਸ ਦੀ ਲਗਨ ਹੁਣ ਸੰਸਾਰ ਵੱਲ ਨਹੀਂ। ਜਿਵੇਂ ਸੰਸਾਰਿਕ ਤੌਰ ਤੇ ਵਿਚਰਦੇ ਆ, ਕਿਸੇ ਨੇ ਕੱਪੜੇ ਚੰਗੇ ਪਾਏ ਹੋਣ, ਵਸਤਰ ਕਿਸੇ ਦੇ ਚੰਗੇ ਹੋਣ, ਉਸ ਵੱਲ ਵੇਖ ਕੇ ਜੀ ਕਰਦਾ ਹੈ ਕਿ ਮੈਂ ਵੀ ਇਸ ਵਰਗੇ ਵਸਤਰ ਲਵਾਂ, ਮੇਰੇ ਵੀ ਇਸ ਵਰਗੇ ਵਸਤਰ ਹੋਣ, ਕੋਈ ਵਸਤੂ ਚੰਗੀ ਕਿਸੇ ਕੋਲ ਹੋਵੇ, ਮਾਇਆ ਧਨ ਜ਼ਿਆਦਾ ਹੋਵੇ, ਤਾਂ ਮਨ ਵਿੱਚ ਚਾਉ ਪੈਦਾ ਹੁੰਦਾ ਹੈ ਕਿ ਮੈਂ ਵੀ ਉਸ ਵਰਗਾ ਹੋਵਾਂ, ਮੇਰੇ ਕੋਲ ਵੀ ਗੱਡੀਆਂ ਕਾਰਾਂ ਧਨ ਦੌਲਤ ਸੰਸਾਰਿਕ ਸੁੱਖ ਹੋਣ। ਹੁਣ ਪਰ ਜੀਵ ਇਸਤਰੀ ਦੀ ਅਵਸਥਾ ਜਿਹੜੀ ਹੈ ਉਹ ਚੇਰੀ ਹੈ, ਉਸ ਨੂੰ ਬਸ ਤੇ ਬਸ ਦਰਸ਼ਨ ਦੀ ਤਾਂਘ ਹੈ, ਪਰਮਾਤਮਾ ਦੇ ਨਾਲ ਮਿਲਣ ਮਿਲਾਪ ਦੀ ਤਾਂਘ ਹੈ। ਜੀਵ ਇਸਤਰੀ ਫਿਰ ਜਿਹੜੇ ਸੰਤ ਮਹਾਂਪੁਰਸ਼ਾਂ ਵੱਲ ਵੇਖਦੀ ਆ, ਆਪਣੇ ਉਚੇਰੇ ਜੀਵਨ ਵੱਲ, ਉੱਚੇ ਜੀਵਨ ਵੱਲ ਜਿਹੜੇ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਦੇਖਦੀ ਹੈ ਤੇ ਮਨ ਵਿੱਚ ਚਾਉ ਪੈਦਾ ਕਰਦੀ ਹੈ ਕਿ ਮੈਂ ਵੀ ਪਾਤਸ਼ਾਹ ਇਹਨਾਂ ਵਰਗੀ ਬਣ ਜਾਵਾਂ, ਮੈਨੂੰ ਵੀ ਆਪਣੇ ਦਰਸ਼ਨ ਦਿਦਾਰੇ ਬਖਸ਼, ਮੈਂ ਵੀ ਤੇਰੇ ਦਰ ਘਰ ਦੀ ਸੇਵਕ ਬਣ ਜਾਵਾਂ। ਜਿਨੀ ਮੈਂ ਡਾਲਾਲ ਰਜਾਇਆ, ਹਾਂ ਤਿਸ ਆਗੇ ਮਨ ਦੇਹੀਆ। ਕਿ ਪਾਤਸ਼ਾਹ ਜਿਨ੍ਹਾਂ ਗੁਰਮੁਖਾਂ ਨੇ ਸੰਤ ਮਹਾਂਪੁਰਸ਼ਾਂ ਨੇ ਤੇਰਾ
ਪ੍ਰੇਮ ਜਿਹੜਾ ਉਹ ਪਾ ਲਿਆ ਏ, ਤੈਨੂੰ ਰਿਝਾ ਲਿਆ ਏ ਕਿ ਤੈਨੂੰ ਪਾਛਾ ਮਨਾ ਲਿਆ ਏ ਆਪਣੇ ਤੇਰੇ ਚਰਨਾਂ ਦਾ ਓਟ ਆਸਰਾ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ ਏ। ਮੈਂ ਉਹਨਾਂ ਅੱਗੇ ਆਪਣਾ ਸਭ ਕੁਝ ਵਾਰ ਦਿੰਨੀ ਆ, ਮੈਂ ਉਹਨਾਂ ਦੇ ਅੱਗੇ ਜਾ ਕੇ ਆਪਣਾ ਸੀਸ ਨਵਾਉਣੀ ਆ ਕਿ ਜਿਨ੍ਹਾਂ ਨੇ ਪਾਛਾ ਤੇਰਾ ਓਟ ਆਸਰਾ ਲੈ ਲਿਆ ਹੈ। ਨਾਨਕ ਕਹੈ ਸੁਣੋ ਬਿਨੋ ਸੁਹਾਗਣਾ, ਮੂੰਹ ਦਸ ਡਿਖਾ ਫਿਰ ਕੇ ਹੀਆ। ਅੰਤਲੀਆਂ ਦੂਸਰੇ ਛੰਦ ਦੀਆਂ ਅੰਤਲੀਆਂ ਪੰਕਤੀਆਂ ਦੇ ਵਿੱਚ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਜਿਹੜੀ ਜੀਵ ਇਸਤਰੀ ਹੈ ਉਹ ਦੂਸਰਿਆਂ ਵੱਲ ਦੇਖਦੀ ਹੈ, ਜਿਨ੍ਹਾਂ ਦਾ ਜੀਵਨ ਉੱਚਾ ਹੈ, ਉਹਨਾਂ ਦੇ ਅੱਗੇ ਬੇਨਤੀ ਕਰਦੀ ਹੈ ਕਿ ਮੈਨੂੰ ਵੀ ਮੇਰੇ ਪ੍ਰਭੂ ਪ੍ਰੀਤਮ ਦੇ ਨਾਲ ਮੇਰਾ ਵੀ ਮਿਲਾਪ ਕਰਾ ਦੋ। ਯਾਰ ਵੇ ਫਿਰ ਆਪਣਾ ਭਾਣਾ ਕਿਛ ਨਿਸੀ ਸੰਛੰਦਾ। ਹੇ ਸਤ ਸੰਗੀ ਸੱਜਣ, ਜਿਸ ਜੀਵ ਇਸਤਰੀ ਨੂੰ ਆਪਣਾ ਪ੍ਰਭੂ ਪਤੀ ਪਿਆਰਾ ਲੱਗਣ ਲੱਗ ਜਾਂਦਾ ਹੈ, ਉਸ ਨੂੰ ਕਿਸੇ ਦੀ ਵੀ ਕੋਈ ਮੁਥਾਜੀ ਨਹੀਂ ਰਹਿੰਦੀ, ਉਹ ਕਿਸੇ ਦਾ ਵੀ ਮੁਥਾਜ ਨਹੀਂ ਰਹਿੰਦਾ, ਕਿਸੇ ਦੇ ਥੱਲੇ ਨਹੀਂ ਰਹਿੰਦਾ। ਉਸ ਨੂੰ ਕੇਵਲ ਤੇ ਕੇਵਲ ਉਸ ਪਰਮਾਤਮਾ ਦੀ ਹੀ ਪਿਆਸ ਰਹਿੰਦੀ ਹੈ। ਹੋਰ ਸਾਰੇ ਹੀ ਜਿਹੜੇ ਪਦਾਰਥ ਨੇ ਉਹਨਾਂ ਵੱਲ ਜਿਹੜਾ ਉਸ ਦਾ ਪ੍ਰੇਮ ਹੈ ਉਹ ਖਤਮ ਹੋ ਜਾਂਦਾ ਹੈ। ਯਾਰ ਵੇ ਤੇਰਾ ਵਿਆ ਲਾਲਣਾ, ਮੂੰਹ ਦਸ ਦਸੰਦਾ। ਹੇ ਸਤ ਸੰਗੀ ਸੱਜਣ, ਤੂੰ ਸੋਹਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ। ਜੋ ਮੈਂ ਪੁੱਛਦਾ ਹਾਂ ਤੈਨੂੰ ਵੀ ਉਸ ਦਾ ਪਤਾ ਦੱਸ ਪਾਤਸ਼ਾਹ। ਕਿਰਪਾ ਕਰ ਮੈਨੂੰ ਵੀ ਉਸ ਰਸਤਾ ਦੱਸ ਜਿਸ ਰਸਤੇ ਤੇ ਪਾਤਸ਼ਾਹ ਪ੍ਰਮਾਤਮਾ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ, ਮੈਨੂੰ ਵੀ ਉਹ ਰਾਹ ਦੱਸ। ਲਾਲਣ ਤੇ ਪਾਇਆ ਆਪ ਗਵਾਇਆ, ਜੈ ਧਨ ਭਾਗ ਮਥਾਣੇ। ਕਿ ਪਾਤਸ਼ਾਹ ਜਿਸ ਤਰ੍ਹਾਂ ਤੂੰ ਲਾਲਣ ਨੂੰ ਪਾ ਲਿਆ ਹੈ, ਆਪਣਾ ਭਾਵ ਖਤਮ ਕਰ ਲਿਆ ਹੈ। ਪਾਤਸ਼ਾਹ ਲਾਲਣ ਨੂੰ ਪਾਉਣਾ ਕਿੱਦਾਂ ਹੈ? ਆਪਣਾ ਭਾਵ ਤੂੰ ਖਤਮ ਕਰ ਲਿਆ ਹੈ ਤੇ ਪ੍ਰਭੂ ਪਰਮਾਤਮਾ ਨੂੰ ਤੂੰ ਪਾ ਲਿਆ। ਪ੍ਰਭੂ ਪਰਮਾਤਮਾ ਦੇ ਚਰਨਾਂ ਦਾ ਤੂੰ ਓਟ ਆਸਰਾ ਲੈ ਲਿਆ ਹੈ ਤੇ ਉਹੀ ਪਾ ਸਕਦੇ ਨੇ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੁੰਦੇ ਹਨ। ਜੇ ਵਡਭਾਗ ਹੋਵੇ ਵਡਭਾਗੀ ਤਾਂ ਹਰ ਹਰ ਨਾਮ ਤੇ ਆਵੇ। ਕਿ ਹਰੀ ਦੇ ਨਾਮ ਦੇ ਨਾਲ ਪਿਆਰ, ਹਰੀ ਦੇ ਨਾਲ ਪਿਆਰ, ਹਰੀ ਦੇ ਓਟ ਆਸਰਾ ਉਸ ਨੂੰ ਹੀ ਮਿਲਦਾ ਹੈ ਕਿ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੋਣ। ਬਾਹ ਪਕੜ ਠਾਕੁਰ ਹੋਂ ਖਿੱਦੀ, ਗੁਣ ਅਵਗਣ ਨਾ ਪਛਾਣੇ। ਕਿ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਕਿ ਬਾਹ ਫੜ ਕੇ ਸੰਸਾਰ ਸਮੁੰਦਰ ਦੇ ਵਿੱਚੋਂ ਬਾਹਰ ਕੱਢ ਲਿਆਏ। ਕੋਈ ਔਗਣ ਕੋਈ ਗੁਣ ਨਹੀਂ ਚਿਤਾਰਿਆ, ਬਸ ਪ੍ਰਮਾਤਮਾ ਨੂੰ ਚੇਤੇ ਕਰਨ ਦੀ ਹੀ ਬਸ ਇੱਕ ਖੇਚਲ ਕਰਨੀ ਹੈ ਕਿ ਪ੍ਰਮਾਤਮਾ ਨੂੰ ਚੇਤੇ ਹੀ ਕਰਨਾ। ਪ੍ਰਮਾਤਮਾ ਦੀ ਦਰਸ਼ਨਾਂ ਦੀ ਪਿਆਸ ਹੀ ਮਨ ਵਿੱਚ ਲਿਆਉਣੀ ਹੈ। ਪਾਤਸ਼ਾਹ ਬਾਹ ਫੜ ਕੇ ਕੱਢ ਲੈਂਦਾ ਹੈ ਔਰ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਭਾਵੇਂ ਜਿੰਨੀਆਂ ਮਰਜ਼ੀਆਂ ਗਹਿਰਾਈਆਂ ਨੇ ਪਾਤਸ਼ਾਹ ਕਿਰਪਾ ਕਰਦਾ ਹੈ। ਪ੍ਰਮਾਤਮਾ ਆਪਣਾ ਓਟ ਆਸਰਾ ਬਖਸ਼ ਦਿੰਦਾ ਹੈ। ਬਾਹ ਫੜ ਕੇ ਸੰਸਾਰ ਸਮੁੰਦਰ ਵਿੱਚੋਂ ਕੱਢ ਲੈਂਦਾ। ਕੋਈ ਗੁਣ ਕੋਈ ਔਗਣ, ਕੋਈ ਕਾਲਾ ਗੋਰਾ, ਕੋਈ ਜਾਤ ਦਾ ਭੇਦ ਨਹੀਂ ਕਰਦਾ, ਬਸ ਚੇਤੇ ਕਰਨ ਦੀ ਹੀ ਗੱਲ ਹੈ। ਜਿਹੜਾ ਪ੍ਰਮਾਤਮਾ ਦੇ ਨਾਲ ਜੁੜਦਾ ਹੈ ਉਸ ਦੇ ਗੁਣ ਗਾਉਂਦਾ ਹੈ। ਪਾਤਸ਼ਾਹ ਉਸ ਨੂੰ ਬਾਹ ਫੜ ਕੇ ਬਾਹਰ ਕੱਢ ਲੈਂਦਾ ਹੈ। ਗੁਣ ਹਾਰ ਤੇ ਪਾਇਆ, ਰੰਗ ਲਾਲ ਬਣਾਇਆ, ਤੇ ਸਹਬੋ ਕਿਛ ਸੁਹੰਦਾ। ਹੇ ਪ੍ਰਭੂ ਤੂੰ ਕਿਰਪਾ ਕੀਤੀ ਹੈ, ਆਪਣੀ ਮਿਹਰ ਦਾ ਹਾਰ, ਗੁਣਾ ਦਾ ਹਾਰ ਉਸ ਜੀਵ ਇਸਤਰੀ ਦੇ ਗਲ ਵਿੱਚ ਪਾ ਲੈਂਦਾ, ਆਪਣੇ ਰੰਗ ਵਿੱਚ ਰਲਾ ਲੈਂਦਾ ਹੈ। ਉਸ ਜੀਵ ਇਸਤਰੀ ਦੀ ਫਿਰ ਸੰਸਾਰ ਤੇ ਵੀ ਉਪਮਾ ਹੋਣ ਲੱਗ ਜਾਂਦੀ ਹੈ। ਉਹ ਜੀਵ ਇਸਤਰੀ ਸੋਭਨੀਕ ਹੋ ਜਾਂਦੀ ਹੈ। ਜਨ ਨਾਨਕ ਧਨ ਸੁਹਾਗਣ ਸਾਈ, ਜਿਸ ਸੰਗ ਪਤਾਰ ਵਸੰਦਾ। ਤੀਜੇ ਛੰਤ ਦੀਆਂ ਅੰਤਲੀਆਂ ਪੰਕਤੀਆਂ ਦੇ ਵਿੱਚ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਉਹ ਜੀਵ ਇਸਤਰੀ ਸੁਹਾਗਣ ਹੈ, ਉਹ ਜੀਵ ਇਸਤਰੀ ਕਰਮਾਂ ਵਾਲੀ ਹੈ, ਉਹ ਪਾਤਸ਼ਾਹ ਦੇ ਦਰ ਤੇ ਪ੍ਰਵਾਨ ਹੋ ਗਈ ਹੈ। ਕਿ ਜਿਸ ਦੇ ਨਾਲ ਕਿ ਜਿਸ ਦੇ ਮਨ ਦੇ ਅੰਦਰ ਪ੍ਰਮਾਤਮਾ ਵਸ ਜਾਂਦਾ ਹੈ, ਮਨ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ। ਜਿਹੜੀ ਜੀਵ ਇਸਤਰੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦੀ ਹੈ। ਯਾਰ ਵੇ ਨਿਤ ਸੁਖ ਸੁਖੇਦੀ, ਸਾ ਮੈਂ ਪਾਈ। ਅੰਤਲੇ ਛੰਦ ਦੀਆਂ
ਸ਼ੁਰੂਆਤਲੀਆਂ ਪੰਕਤੀਆਂ ਦੇ ਵਿੱਚ ਹੁਣ ਕਿਰਪਾ ਹੋ ਗਈ ਹੈ ਕਿ ਪ੍ਰਮਾਤਮਾ ਦੇ ਦਰਸ਼ਨ ਦਿਦਾਰੇ ਬਖਸ਼ੇ ਗਏ ਨੇ। ਪ੍ਰਮਾਤਮਾ ਤੁੱਠਾ ਹੋ ਗਿਆ ਹੈ, ਕਿਰਪਾ ਕਰ ਦਿੱਤੀ ਹੈ ਕਿ ਆਪਣੇ ਦਰਸ਼ਨ ਦਿਦਾਰ ਹੁਣ ਬਖਸ਼ ਦਿੰਦੇ ਨੇ। ਹੁਣ ਜੀਵ ਇਸਤਰੀ ਕਹਿ ਰਹੀ ਹੈ ਕਿ ਯਾਰ ਵੇ ਨਿਤ ਸੁਖ ਸੁਖੇਦੀ ਸਾਹ ਮੈਂ ਪਾਈ, ਕਿ ਹੁਣ ਜਿਹੜੀ ਤਾਂਘ ਸੀ ਜਿਸ ਨਾਲ ਮੈਂ ਤੜਪ ਰਹੀ ਸੀ, ਜਿਹੜਾ ਬਿਰਹਾ ਮੇਰੇ ਮਨ ਨੂੰ ਬਹੁਤ ਸਤਾ ਰਿਹਾ ਸੀ, ਹੁਣ ਪਾਤਸ਼ਾਹ ਤੂੰ ਕਿਰਪਾ ਕਰ ਦਿੱਤੀ ਹੈ, ਪ੍ਰਮਾਤਮਾ ਦੇ ਦਰਸ਼ਨ ਦਿਦਾਰੇ ਹੋ ਗਏ ਨੇ। ਹੁਣ ਜੀਵਨ ਸੁੱਖਾਂ ਵਿੱਚ ਹੀ ਬਤੀਤ ਹੋ ਗਿਆ ਹੈ। ਹੁਣ ਜਿਹੜੇ ਦੁੱਖ ਸੀ ਤੈਨੂੰ ਮਿਲਣ ਦੀ ਤਾਂਘ ਸੀ, ਬਹੁਤ ਦੁੱਖ ਸਹੇ ਨੇ, ਪਰ ਪਾਤਸ਼ਾਹ ਹੁਣ ਕਿਰਪਾ ਕਰ ਦਿੱਤੀ ਹੈ ਕਿ ਹੁਣ ਜੀਵਨ ਬਹੁਤ ਹੀ ਸੁਖਮਈ ਆਨੰਦ ਰੂਪੀ ਹੋ ਗਿਆ ਹੈ। ਵਾਰ ਲੋੜੀ ਦਾ ਆਇਆ ਵੱਜੀ ਵਧਾਈ, ਕਿ ਜਿਸ ਪ੍ਰਭੂ ਪਤੀ ਨੂੰ ਮੈਂ ਬਹੁਤ ਹੀ ਦੇਰ ਤੋਂ ਲੱਭ ਰਹੀ ਸਾਂ, ਜਿਸ ਦੀ ਦਰਸ਼ਨਾਂ ਦੀ ਤਾਂਘ ਮੇਰੇ ਮਨ ਦੇ ਵਿੱਚ ਬਹੁਤ ਹੀ ਚਿਰ ਤੋਂ ਸੀ, ਹੁਣ ਪਾਤਸ਼ਾਹ ਤੂੰ ਕਿਰਪਾ ਕਰ ਦਿੱਤੀ ਹੈ ਕਿ ਉਸ ਪ੍ਰਭੂ ਪਤੀ ਦੇ ਨਾਲ ਮੇਰੇ ਮਿਲਾਪ ਹੋ ਗਏ ਹਨ। ਮਹਾ ਮੰਗਲ ਰਹਸਤੀਆ ਪਿਰ ਦਿਆਲ ਸਾਧਨਾ ਵਰੰਗੀਆ, ਕਿ ਪਾਤਸ਼ਾਹ ਹੁਣ ਮੇਰੇ ਮਨ ਦੇ ਵਿੱਚ ਆਨੰਦ ਆ ਗਿਆ ਹੈ। ਹੁਣ ਤੇਰੇ ਅਨਹਦ ਵਾਜੇ ਮੇਰੇ ਮਨ ਦੇ ਵਿੱਚ ਵੱਜਣ ਲੱਗ ਪਏ ਹਨ। ਪ੍ਰਮਾਤਮਾ ਤੂੰ ਦਿਆਲ, ਹੁਣ ਜਿਹੜਾ ਰੰਗ ਰਲੀਆਂ ਤੂੰ ਮੰਨ ਰਿਹਾ ਉਹ ਰੰਗ ਰਲੀਆਂ ਮੈਨੂੰ ਵੀ ਤੂੰ ਬਖਸ਼ ਦਿੱਤੀਆਂ ਨੇ। ਮੈਨੂੰ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ ਦਿੱਤਾ ਹੈ। ਹੁਣ ਮੇਰੇ ਮਨ ਦੇ ਵਿੱਚ ਕੋਈ ਪਿਆਸ ਨਹੀਂ ਰਹਿ ਗਈ, ਕੇਵਲ ਤੇ ਕੇਵਲ ਹੁਣ ਤੇਰੇ ਨਾਮ ਦੀ ਹੀ ਪਿਆਸ ਹੈ। ਪਾਤਸ਼ਾਹ ਤੂੰ ਕਿਰਪਾ ਕਰ ਦਿੱਤੀ ਹੈ, ਮੇਰੇ ਮਨ ਦੇ ਵਿੱਚ ਹੁਣ ਆਨੰਦ ਰੂਪੀ ਪਾਤਸ਼ਾਹ ਕੀਰਤਨ ਹੋਣ ਲੱਗ ਪਏ ਹਨ। ਵੱਡ ਭਾਗ ਪਾਇਆ ਗੁਰ ਮਿਲਾਇਆ, ਸਾਧ ਕੈ ਸਤ ਸੰਗੀਆ, ਪਾਤਸ਼ਾਹ ਮੇਰੇ ਭਾਗ ਜਾਗ ਪਏ ਨੇ। ਹੁਣ ਤੂੰ ਮੈਨੂੰ ਮਿਲ ਗਿਆ ਹੈ ਪਾਤਸ਼ਾਹ, ਮੇਰੇ ਭਾਗ ਜਾਗ ਪਏ ਹਨ ਤੇ ਗੁਰੂ ਦੇ ਨਾਲ ਵੀ ਮੇਰਾ ਮਿਲਾਪ ਹੋ ਗਿਆ ਹੈ ਸਾਧ ਦੀ ਸੰਗਤ ਕਰਕੇ, ਕਿ ਸਾਧੂ ਦੀ ਸੰਗਤ ਦੇ ਵਿੱਚ ਆ ਕੇ ਹੁਣ ਮੈਨੂੰ ਗੁਰੂ ਵੀ ਮਿਲ ਗਿਆ ਹੈ ਤੇ ਪਾਤਸ਼ਾਹ ਤੂੰ ਵੀ ਕਿਰਪਾ ਕਰਕੇ ਮੈਨੂੰ ਮਿਲ ਗਿਆ ਹੈ। ਹੁਣ ਮੇਰੇ ਮਨ ਦੀ ਕੋਈ ਵੀ ਲਾਲਸਾ, ਹੁਣ ਮੇਰੇ ਮਨ ਦੀ ਕੋਈ ਵੀ ਤਾਂਘ ਨਹੀਂ ਰਹਿ ਗਈ। ਆਸਾ ਮਨਸਾ ਸਗਲ ਪੂਰੀ ਪ੍ਰ ਅੰਕ ਮਿਲਾਈ, ਕਿ ਹੁਣ ਮੇਰੀਆਂ ਸਾਰੀਆਂ ਆਸਾਂ ਜਿਹੜੀ ਮਨਸਾਵਾਂ ਸੀ ਸਾਰੀਆਂ ਹੀ ਪੂਰੀਆਂ ਹੋ ਗਈਆਂ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਕਿ ਹੁਣ ਪਾਤਸ਼ਾਹ ਕੋਈ ਵੀ ਦੁਨਿਆਵੀ ਮਨਸਾ ਕੋਈ ਵੀ ਆਸਾ ਨਹੀਂ ਰਹਿ ਗਈ ਹੈ। ਪਾਤਸ਼ਾਹ ਹੁਣ ਤੇਰੇ ਦਰਸ਼ਨ ਦਿਦਾਰਿਆਂ ਤੋਂ ਵੱਡਾ ਕੀ ਹੋ ਸਕਦਾ ਹੈ, ਕਿ ਤੂੰ ਮੈਨੂੰ ਆਪਣੇ ਦਰ ਘਰ ਦੀ ਸੇਵਿਕਾ ਬਣਾ ਰਿਹਾ, ਇਸ ਤੋਂ ਵੱਡੀ ਕੋਈ ਆਸਾ ਨਹੀਂ। ਪਾਤਸ਼ਾਹ ਸਾਰੀਆਂ ਹੀ ਆਸਾਂ ਮੁਰਾਦਾਂ ਸਭ ਪੂਰੀਆਂ ਹੋ ਗਈਆਂ ਨੇ। ਬਿਨਵੰਤ ਨਾਨਕ ਸੁਖ ਸੁਖੇਦੀ, ਸਾ ਮੈਂ ਗੁਰ ਮਿਲ ਪਾਈ। ਅੰਤਲੇ ਛੰਦ ਦੀਆਂ ਅੰਤਲੀਆਂ ਪੰਕਤੀਆਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ ਕਿ ਹੁਣ ਇਹ ਜੀਵਨ ਸਾਰਾ ਹੀ ਸੁਖਾਲਾ ਹੋ ਗਿਆ ਹੈ। ਪਾਤਸ਼ਾਹ ਹੁਣ ਮੈਂ ਸੁੱਖਾਂ ਦੇ ਵਿੱਚ ਹੀ ਸਾਰੀ ਉਮਰ ਕੱਟ ਰਹੀ ਹਾਂ। ਪਾਤਸ਼ਾਹ ਤੂੰ ਕਿਰਪਾ ਕੀਤੀ ਹੈ ਕਿ ਗੁਰੂ ਦੇ ਨਾਲ ਮਿਲ ਕੇ ਪਾਤਸ਼ਾਹ ਤੇਰੇ ਨਾਲ ਹੁਣ ਮੈਂ ਪ੍ਰਭੂ ਪਤੀ ਨੂੰ ਮਿਲ ਲਿਆ ਹੈ। ਹੁਣ ਮੇਰੇ ਮਿਲਾਪ ਪ੍ਰਭੂ ਪਤੀ ਦੇ ਨਾਲ ਹੋ ਗਏ ਹਨ। ਤੂੰ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਪਹਿਲਾਂ ਗੁਰੂ ਦੇ ਨਾਲ ਮਿਲਾਇਆ ਹੈ, ਫਿਰ ਆਪਣੇ ਨਾਲ ਵੀ ਜੋੜ ਲਿਆ ਹੈ। ਇਸ ਛੰਦ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਹੁਤ ਹੀ ਸੁੰਦਰ ਲਫ਼ਜ਼ਾਂ ਦੇ ਵਿੱਚ ਕਿਰਪਾ ਕਰਦੇ ਹਨ ਕਿ ਸਾਨੂੰ ਪਾਤਸ਼ਾਹ ਦੇ ਕੋਲੋਂ ਮੰਗਣਾ ਸਿਖਾਉਂਦੇ ਹਨ ਕਿ ਪਾਤਸ਼ਾਹ ਤੇਰੇ ਕੋਲ ਕੀ ਮੰਗਣਾ ਹੈ। ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਦਿਦਾਰੇ ਕਰਨੇ ਹਨ ਤੇ ਗੁਰੂ ਦੇ ਅੱਗੇ ਕੀ ਅਰਦਾਸ ਕਰਨੀ ਹੈ, ਕਿ ਅਰਦਾਸ ਇਹੀ ਕਰਨੀ ਹੈ ਕਿ ਪਾਤਸ਼ਾਹ ਤੂੰ ਵੀ ਕਿਰਪਾ ਕਰ, ਰਹਿਮਤ ਕਰ। ਜੋ ਬਹੁਤ ਹੀ ਜਨਮਾਂ ਤੋਂ ਤੇਰੇ ਨਾਲੋਂ ਵਿਛੜੇ ਹੋਏ ਹਨ, ਕਿ ਉਸ ਪ੍ਰਭੂ ਪਤੀ ਦੇ ਨਾਲੋਂ ਜੋ ਬਹੁਤ ਹੀ ਚਿਰਾਂ ਤੋਂ ਵਿਛੜੇ ਹੋਏ ਆ, ਪਾਤਸ਼ਾਹ ਉਹਨਾਂ ਦੇ ਨਾਲ ਸਾਡਾ ਵੀ ਮਿਲਾਪ ਕਰਾ। ਇਹ ਜੰਮਣ ਮਰਨ ਦਾ ਜੋ ਗੇੜ ਹੈ, 84 ਲੱਖ ਜੂਨੀਆਂ ਦਾ ਗੇੜ ਹੈ, ਇਸ ਤੋਂ ਛੁਟਕਾਰਾ ਕਰ। ਹੁਣ ਆਪਣੇ ਚਰਨਾਂ ਦੇ ਨਾਲ ਜੋੜ ਕਿ ਪਾਤਸ਼ਾਹ ਆਪਣੀ ਮਿਹਰ ਕਰ, ਤੂੰ ਸਾਨੂੰ ਰਸਤਾ ਦੱਸ ਕਿ ਜਿਸ ਰਸਤੇ ਦੇ ਨਾਲ ਤੂੰ ਪ੍ਰਭੂ ਪਤੀ ਦੇ ਦਰ ਤੇ ਸੋ ਰਿਹਾ ਹੈ,
ਉਸ ਦਰ ਦੀ ਸੋਭਾ ਖੱਟ ਰਿਹਾ ਹੈ, ਉਹ ਦਰ ਦਾ ਰਸਤਾ ਸਾਨੂੰ ਵੀ ਦੱਸ ਕਿ ਅਸੀਂ ਵੀ ਆਪਣੇ ਪ੍ਰੀਤਮ ਆਪਣੇ ਪ੍ਰਭੂ ਪਤੀ ਦੇ ਨਾਲ ਮਿਲਾਪ ਕਰ ਸਕੀਏ, ਉਸ ਦੇ ਦਰਸ਼ਨ ਦਿਦਾਰੇ ਲੈ ਸਕੀਏ। ਇੰਨੀਆਂ ਹੀ ਹਾਜ਼ਰੀਆਂ ਪ੍ਰਵਾਨ ਦਾਸ ਕੋਲੋਂ ਕਥਾ ਵਿਚਾਰਿਆ ਕਰਦੇ ਆ। ਭਾਈ ਸਾਹਿਬ ਕੋਲੋਂ ਹੁਕਮਨਾਮਾ ਲੈਂਦੇ ਇੱਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ। ਅਗਾਂਹ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਕਥਾ ਕਰਨ ਦਾ ਬਲ ਉਦਮ ਬਖਸ਼ਣਾ ਜੀ। ਦਾਸ ਤਾਂ ਕਿਸੇ ਵੀ ਕਾਬਲ ਨਹੀਂ ਸੀ, ਇਹ ਕਿਰਪਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਆਸ਼ੀਰਵਾਦ ਬਾਬਾ ਸਤਨਾਮ ਸਿੰਘ ਜੀ ਦਾ, ਸਿਖਲਾਈ ਭਾਈ ਦਿਲਬਾਗ ਸਿੰਘ ਜੀ ਦੀ, ਮਾਸਟਰ ਜੀ ਦੀ ਕਿ ਦਾਸ ਆਪ ਜੀ ਦੇ ਸਨਮੁਖ ਹੋ ਕੇ ਕੁਝ ਕਹਿਣ ਦੇ ਕਾਬਿਲ ਹੋਇਆ ਹੈ। ਆਓ ਸਾਰਿਆਂ ਨੇ ਰਲ ਕੇ ਅੰਤਲੀਆਂ ਪੰਕਤੀਆਂ ਦਾ ਜਾਪ ਕਰਨਾ ਹੈ, ਉਪਰੰਤ ਫਤਿਹ ਦੀ ਹਾਜ਼ਰੀ ਭਰਨੀ ਹੈ। ਆਸਾ ਮਨਸਾ ਸਗਲ ਪੂਰੀ ਪਰ ਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਖੇ ਦੀ, ਸਾ ਮੈਂ ਗੁਰ ਮਿਲ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ